हाँ जी गुरु प्यारिओ, ਅੱਜ ਦੀ ਜਿਹੜੀ ਵਿਚਾਰ ਹੈ ਉਹ ਬਹੁਤ ਜ਼ਰੂਰੀ ਹੈ। ਟੌਪਿਕ ਇਹ ਹੈ ਕੀ ਪ੍ਰਮਾਤਮਾ ਹੈ, ਕੀ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਗੁਰ ਕਿਉਂ ਜ਼ਰੂਰੀ ਹੈ, ਗੁਰ ਦੀ ਕੀ ਅਹਿਮੀਅਤ ਹੈ ਮੇਰੀ ਜ਼ਿੰਦਗੀ ਦੇ ਵਿੱਚ। ਅਸੀਂ ਬੜੇ ਧਿਆਨ ਨਾਲ ਇਸ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲਾਂ ਤੇ ਅਸੀਂ ਇਸ ਗੱਲ ਨੂੰ ਸਮਝੀਏ ਕਿ ਪ੍ਰਮਾਤਮਾ ਹੈ ਜਾਂ ਨਹੀਂ। ਇਹ ਵੀ ਇੱਕ ਬੜਾ ਵੱਡਾ ਸਾਡੇ ਆਮ ਜੀਵਾਂ ਦੇ ਮਨ ਵਿੱਚ ਭਰਮ ਹੁੰਦਾ ਹੈ। ਇਹ ਵੈਸੇ ਕੋਈ ਸਵਾਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਅਕੋਰਡਿੰਗ ਜੇ ਦੇਖੀਏ ਤਾਂ ਪਾਤਸ਼ਾਹ ਕਹਿੰਦੇ ਇਹ ਕੋਈ ਸਵਾਲ ਹੀ ਨਹੀਂ ਬਣਦਾ, ਕਿਉਂਕਿ ਅਸੀਂ ਇੱਦਾਂ ਦਾ ਸਵਾਲ ਆਪਣੇ ਮਨ 'ਚ ਪਾਲੀ ਬੈਠੇ ਹਾਂ। ਜੇ ਅਸੀਂ ਇਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਪਾਤਸ਼ਾਹ ਕਹਿੰਦੇ ਆ ਤੂੰ ਕਹਿ ਰਿਹਾ ਪ੍ਰਮਾਤਮਾ ਹੈ ਕਿ ਨਹੀਂ, ਕਹਿੰਦੇ ਉਹਦੇ ਤੋਂ ਇਲਾਵਾ ਦੂਜਾ ਕੋਈ ਹੈ ਨਹੀਂ। ਪਾਤਸ਼ਾਹ ਕਹਿੰਦੇ ਤੇਰਾ ਤੇ ਉਹ ਹਿਸਾਬ ਹੈ ਜਿਵੇਂ ਇੱਕ ਮੱਛੀ ਕਹਿ ਰਹੀ ਹੈ ਕਿ ਸਮੁੰਦਰ ਹੈਗਾ ਕਿ ਨਹੀਂ, ਕਿਉਂਕਿ ਅਸੀਂ ਸਾਰੇ ਇੱਕ ਮੱਛੀ ਦੇ ਨਿਆਈ ਹਾਂ ਜੋ ਉਸ ਦਰਿਆ ਰੂਪੀ ਸਮੁੰਦਰ ਦੇ ਵਿੱਚ ਬੈਠੇ ਹਾਂ। ਪਾਤਸ਼ਾਹ ਦਾ ਬਾਣੀ 'ਚ ਫਰਮਾਨ ਹੈ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਧ ਬਿਨ ਦੂਜਾ ਕੋਈ ਨਾਹੀਂ। ਪਾਤਸ਼ਾਹ ਕਹਿੰਦੇ ਤੂੰ ਦਰਿਆ ਹੈ ਤੇ ਸਾਰੇ ਤੇਰੇ ਵਿੱਚ ਸਮਾਏ ਹੋਏ ਆ, ਤੇਰੇ ਤੋਂ ਇਲਾਵਾ ਦੂਜਾ ਕੋਈ ਹੈ ਹੀ ਨਹੀਂ। ਸੋ ਇਹ ਸਵਾਲ ਜਿਹੜਾ ਇਹਦਾ ਸਾਨੂੰ ਜਵਾਬ ਇਹੀ ਮਿਲਦਾ ਹੈ ਕਿ ਹੈ ਹੀ ਸਭ ਕੁਝ ਉਹ ਹੈ, ਉਹਦੇ ਤੋਂ ਇਲਾਵਾ ਦੂਜਾ ਕੋਈ ਨਹੀਂ। ਅਗਲੀ ਗੱਲ ਇਹ ਹੈ ਪਿਆਰਿਓ, ਕੀ ਉਹਨੂੰ ਮਿਲਿਆ ਜਾ ਸਕਦਾ ਹੈ। ਹੁਣ ਇਸ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਹੋਰ ਵਿਚਾਰ ਕਰ ਲਈਏ, ਜਿੱਥੋਂ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਏਗਾ ਕਿ ਅਸੀਂ ਮਿਲਣਾ ਕਿਉਂ ਹੈ, ਉਹ ਕਿਵੇਂ ਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਗੱਲ ਸੋਚੀਏ ਕਿ ਅਸੀਂ ਮਿਲਣਾ ਕਿਉਂ ਹੈ। ਪਾਤਸ਼ਾਹ ਕਹਿੰਦੇ ਆ ਭਈ ਪ੍ਰਾਪਤ ਮਾਨਕ ਦੇ ਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅੱਗੇ ਪਾਤਸ਼ਾਹ ਕਹਿੰਦੇ ਆ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ। ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਸਾਨੂੰ ਇਹੀ ਸਮਝਾਇਆ ਹੈ ਕਿ ਅਸੀਂ ਮਾਨਸ ਜਨਮ ਲਿਆ ਹੈ, ਸਾਡਾ ਮਕਸਦ ਹੈ। ਤੇ ਪਾਤਸ਼ਾਹ ਦੋਨਾਂ ਸ਼ਬਦਾਂ ਦੇ ਵਿੱਚ ਇਹੀ ਗੱਲ ਸਮਝਾ ਰਹੇ ਆ ਕਿ ਪਰਮਾਤਮਾ ਨੂੰ ਮਿਲਣਾ ਸਾਡੀ ਜ਼ਿੰਦਗੀ ਦਾ ਮਕਸਦ ਹੈ। ਸੋ ਅਸੀਂ ਜੇ ਮਾਨਸ ਹਾਂ, ਸਾਨੂੰ ਇਹ ਮਾਨਸ ਜਨਮ ਮਿਲਿਆ ਹੈ ਤੇ ਸਾਡਾ ਮਨੋਰਥ ਹੈ ਜ਼ਿੰਦਗੀ ਦਾ, ਜਿਹਨੂੰ ਅਸੀਂ ਆਪਣੇ ਸਵਾਸਾਂ ਦੇ ਰਹਿੰਦਿਆਂ ਹੋਇਆਂ ਪੂਰਾ ਕਰਨਾ ਹੁੰਦਾ ਹੈ। ਇਸ ਕਰਕੇ ਪ੍ਰਮਾਤਮਾ ਨੂੰ ਮਿਲਣਾ ਸਾਡੇ ਹਰ ਇੱਕ ਜੀਵ ਦੇ ਲਈ ਲਾਜ਼ਮੀ ਹੈ, ਉਹਨੂੰ ਮਿਲਣਾ ਸਾਡੇ ਜੀਵਨ ਦਾ ਮਕਸਦ ਹੈ। ਹੁਣ ਅਸੀਂ ਇਸ ਗੱਲ ਨੂੰ ਸਮਝੀਏ ਕਿ ਪ੍ਰਮਾਤਮਾ ਦੇ ਰੂਪ ਕਿਵੇਂ ਨੇ। ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਦੋ ਰੂਪ ਹੈ ਗੁਰਬਾਣੀ ਦੇ ਵਿੱਚ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇੱਕ ਹੋਰ ਸ਼ਬਦ ਦੇ ਵਿੱਚ ਪਾਤਸ਼ਾਹ ਹਵਾਲਾ ਦਿੰਦੇ ਆ, ਨਿਰਗੁਣ ਆਪ ਸਰਗੁਣ ਭੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹਨਾਂ ਦੋਨਾਂ ਸ਼ਬਦਾਂ ਵਿੱਚ ਪਾਤਸ਼ਾਹ ਦੱਸਦੇ ਕਿ ਪ੍ਰਮਾਤਮਾ ਨਿਰਗੁਣ ਤੇ ਸਰਗੁਣ ਰੂਪ ਦੇ ਵਿੱਚ ਹੈ ਤੇ ਆਪ ਹੀ ਆਪਣੀ ਕਲਾ ਧਾਰ ਕੇ ਉਹਨੇ ਸਭ ਨੂੰ ਮੋਹਿਆ ਹੋਇਆ ਹੈ। ਸਰਗੁਣ ਰੂਪ ਜਿਹੜਾ ਪ੍ਰਮਾਤਮਾ ਦਾ ਉਹ ਰੂਪ ਹੈ ਜਿਹੜਾ ਸਾਰੀ ਕੁਦਰਤ ਦਾ ਰੂਪ ਹੈ। ਜਿੰਨੇ ਸਾਰੇ ਆਕਾਰ ਨੇ ਇਹ ਸਾਰੇ ਪ੍ਰਮਾਤਮਾ ਦਾ ਸਰਗੁਣ ਰੂਪ ਹੈ। ਨਿਰਗੁਣ ਰੂਪ ਉਹ ਹੈ ਜਿਹੜਾ ਸਾਡੇ ਤੋਂ ਅਲੋਪ ਹੋਇਆ, ਜਿਹਨੂੰ ਮਿਲਣਾ ਸਾਡੇ ਜੀਵਨ ਦਾ ਮਕਸਦ ਹੈ। ਤੇ ਨਿਰਗੁਣ ਦੇ ਵਿੱਚ ਹੀ ਸਰਗੁਣ ਸਮਾਇਆ ਹੋਇਆ ਹੈ। ਨਿਰਗੁਣ ਰੂਪ ਜਿਹੜਾ ਸਾਡੇ ਸਭ ਤੋਂ ਨੇੜੇ ਰਹਿੰਦਾ ਹਮੇਸ਼ਾ, ਕਦੇ ਵੀ ਸਾਡੇ ਤੋਂ ਦੂਰ ਨਹੀਂ ਜਾਂਦਾ। ਤੇ ਨਿਰਗੁਣ ਦੇ ਵਿੱਚ ਹੀ ਪਾਤਸ਼ਾਹ ਨੇ ਦੱਸਿਆ ਹੈ ਕਿ ਨਿਰਗੁਣ ਦੇ ਵਿੱਚ ਹੀ ਉਹ ਸਮਾਧੀ ਲਾ ਕੇ ਬੈਠਾ ਸਾਨੂੰ ਸਵਾਸ ਦੇ ਕੇ ਸਦਾ ਹੀ ਪਾਲਦਾ ਰਹਿੰਦਾ। ਸੋ ਸਾਡੇ ਜੀਵਨ ਦਾ ਮਕਸਦ ਜਿਹੜਾ ਉਹ ਨਿਰਗੁਣ ਨੂੰ ਮਿਲਣਾ ਹੈ। ਨਿਰਗੁਣ ਸਰੂਪ ਨੂੰ ਦੇਖਣਾ ਸਾਡੇ ਜੀਵਨ ਦਾ ਅਸਲ ਮਕਸਦ ਹੈ। ਹੁਣ ਅਸੀਂ ਇਸ ਗੱਲ ਨੂੰ ਸਮਝੀਏ ਕਿ ਪ੍ਰਮਾਤਮਾ ਦਾ ਨਿਰਗੁਣ ਸਰੂਪ ਕਿਵੇਂ ਦਾ, ਕਿਵੇਂ ਦਾ ਹੋ ਸਕਦਾ ਹੈ, ਕਿਵੇਂ ਦਾ ਉਹਦਾ ਆਕਾਰ ਹੋਏਗਾ, ਕਿਵੇਂ ਦਾ ਉਹਦਾ ਰੂਪ ਹੋਏਗਾ। ਪਾਤਸ਼ਾਹ ਕਹਿੰਦੇ ਆ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਾਤਸ਼ਾਹ ਬਾਣੀ ਦੇ ਵਿੱਚ ਦੱਸਦੇ ਆ ਕਿ ਪਰਮਾਤਮਾ ਦਾ ਕੋਈ ਰੂਪ ਰੇਖ ਰੰਗ ਨਹੀਂ ਹੈ, ਕੋਈ ਉਹਦਾ ਆਕਾਰ ਨਹੀਂ ਹੈ। ਉਹ ਤ੍ਰੈ ਗੁਣੀ ਮਾਇਆ ਦੇ ਰੂਪ ਤੋਂ ਉੱਪਰ ਹੈ। ਉਹੀ ਉਹਨੂੰ ਜਾਣ ਸਕਦਾ ਹੈ ਜਿਹਦੇ ਤੇ ਉਹ ਆਪ ਖੁਸ਼ ਹੋ ਕੇ ਉਹਨੂੰ ਬੁਝਾ ਦੇਵੇ। ਹੁਣ ਜੇ ਉਹਦਾ ਕੋਈ ਰੂਪ ਰੰਗ ਆਕਾਰ ਨਹੀਂ ਹੈ, ਫਿਰ ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਕਿਵੇਂ ਉਹਨੂੰ ਖੁਸ਼ ਕੀਤਾ ਜਾ ਸਕਦਾ ਹੈ ਕਿ ਉਹ ਸਾਨੂੰ ਆਪਣਾ ਆਪ ਬੁਝਾ ਦੇਵੇ। ਪਹਿਲਾਂ ਤੇ ਅਸੀਂ ਇਸ ਗੱਲ ਨੂੰ ਸਮਝੀਏ ਕਿ ਅਸੀਂ ਪਰਮਾਤਮਾ ਤੋਂ ਟੁੱਟੇ ਨਹੀਂ ਸੀ। ਉਹ ਆਪ ਸਾਨੂੰ ਭਵਾਰੀ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਦਾ ਹੈ ਤੇ ਫਿਰ ਸਾਨੂੰ ਕਹਿੰਦਾ ਹੈ ਕਿ ਤੁਸੀਂ ਗਿਆਨ ਲੈ ਕੇ ਹੁਣ ਮੈਨੂੰ ਮਿਲੋ। ਆਪ ਹੀ ਸਾਨੂੰ ਆਪਣੇ ਤੋਂ ਤੋੜਦਾ ਹੈ, ਕਿਉਂਕਿ ਪਾਤਸ਼ਾਹ ਕਹਿੰਦੇ ਸਾਡੀ ਜ਼ਿੰਦਗੀ ਦੇ 4 ਪਹਿਰ ਨੇ।
ਪਹਿਲਾ ਪੈਰ ਮਾਤਾ ਦੇ ਗਰਭ ਵਿੱਚ, ਦੂਜਾ ਪੈਰ ਬਚਪਨ ਦਾ, ਤੀਸਰਾ ਪੈਰ ਜਵਾਨੀ ਦਾ ਤੇ ਚੌਥਾ ਪੈਰ ਬੁਢੇਪੇ ਦਾ। ਪਹਿਲਾ ਪੈਰ ਜਿਹੜਾ ਹੈ ਉਹ ਅਸੀਂ ਪਰਮਾਤਮਾ ਦੇ ਨਾਲ ਰਹਿੰਦੇ ਹਾਂ, ਤੇ ਬਾਕੀ ਦੇ ਜਿਹੜੇ 3 ਪੈਰ ਨੇ ਬਚਪਨ ਤੋਂ ਲੈ ਕੇ ਬੁਢੇਪੇ ਤੱਕ, ਉਹਦੇ 'ਚ ਸਾਡੀ ਡਿਊਟੀ ਲਾਈ ਹੈ ਕਿ ਤੁਸੀਂ ਹੁਣ ਮੈਨੂੰ ਮਿਲਣ ਦੀ ਕੋਸ਼ਿਸ਼ ਕਰੋ, ਆਪ ਮੈਨੂੰ ਮਿਲੋ ਗਿਆਨ ਲੈ ਕੇ। ਪਹਿਲਾ ਪੈਰ ਜਿਹੜਾ ਮਾਤਾ ਦੇ ਗਰਭ ਵਿੱਚ ਹੀ, ਉੱਥੇ ਅਸੀਂ ਪਰਮਾਤਮਾ ਤੋਂ ਨਹੀਂ ਵਿਛੜਦੇ, ਉੱਥੇ ਉਹ ਆਪ ਸਾਡੀ ਪ੍ਰਤਪਾਲਨਾ ਕਰਦਾ ਹੈ, ਆਪ ਸਾਨੂੰ ਮਾਤਾ ਦੇ ਗਰਭ ਵਿੱਚ ਅਗਨੀ ਤੋਂ ਬਚਾ ਕੇ ਰੱਖਦਾ। ਹੁਣ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਮਾਨਸ ਜਨਮ ਦਾ ਮਕਸਦ ਹੈ ਉਹਨੂੰ ਮਿਲਣਾ। ਹੁਣ ਕਿਵੇਂ ਮਿਲਿਆ ਜਾ ਸਕਦਾ? ਪਹਿਲਾਂ ਇੱਕ ਗੱਲ ਤੇ ਵਿਚਾਰ ਕਰ ਲਈਏ ਕਿ ਜਿਹੜੇ ਮਿਲ ਜਾਂਦੇ ਆ ਕੀ ਉਹ ਸਾਨੂੰ ਦੱਸ ਸਕਦੇ ਆ ਕਿ ਉਹ ਕਿਵੇਂ ਦਾ ਹੈ? ਪਾਤਸ਼ਾਹ ਕਹਿੰਦੇ ਜਿਹੜੇ ਉਹਨੂੰ ਮਿਲ ਜਾਂਦੇ ਆ ਉਹ ਵੀ ਸਾਨੂੰ ਦੱਸ ਨਹੀਂ ਸਕਦੇ, ਉਹ ਸਿਰਫ ਉਹਦਾ ਸਵਾਦ ਮਾਣ ਸਕਦੇ ਆ, ਤੇ ਸਵਾਦ ਮਾਣ ਕੇ ਦੂਜੇ ਨੂੰ ਦੱਸ ਨਹੀਂ ਸਕਦੇ ਕਿ ਉਹ ਕਿਵੇਂ ਦਾ ਹੈ। ਉਹ ਸਵਾਦ ਨੂੰ ਦੱਸ ਨਹੀਂ ਸਕਦੇ, ਦੂਜੇ ਨਾਲ ਉਹ ਗੱਲ ਨੂੰ ਸ਼ੇਅਰ ਨਹੀਂ ਕਰ ਸਕਦੇ। ਕਿਉਂ? ਪਾਤਸ਼ਾਹ ਕਹਿੰਦੇ ਆ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ। ਅੱਗੇ ਪਾਤਸ਼ਾਹ ਕਹਿੰਦੇ ਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ। ਅੱਗੇ ਕਹਿੰਦੇ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥਿਆ ਜਾਈ। ਇਹਨਾਂ ਸ਼ਬਦਾਂ ਤੋਂ ਪਾਤਸ਼ਾਹ ਸਾਨੂੰ ਇਹ ਦੱਸ ਰਿਹਾ ਹੈ ਕਿ ਅਸੀਂ ਸਿਰਫ ਸਵਾਦ ਮਾਣ ਸਕਦੇ, ਉਹਨੂੰ ਬੁੱਝ ਕੇ। ਉਹ ਬਿਸਮਾਦ ਹੈ, ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਅਸੀਂ ਭਾਵੇਂ ਕਥਨ ਦੀ ਕੋਸ਼ਿਸ਼ ਵੀ ਕਰੀਏ, ਉਹ ਕਹਿਣੀ ਕਥਨੀ ਤੋਂ ਬਾਹਰ ਹੈ, ਉਹ ਦ੍ਰਿਸ਼ਟਮਾਨ ਅੱਖਰਾਂ ਤੋਂ ਨਿਰਲੇਪ ਹੈ। ਇਸ ਕਰਕੇ ਪਿਆਰਿਓ, ਪਾਤਸ਼ਾਹ ਕਹਿੰਦੇ ਆ ਸਾਡਾ ਉਹ ਹਿਸਾਬ ਹੈ ਜਿਵੇਂ ਗੂੰਗਾ ਮਠਿਆਈ ਖਾ ਲਵੇ ਤੇ ਮਠਿਆਈ ਦਾ ਸਵਾਦ ਦੂਜੇ ਨੂੰ ਦੱਸ ਨਹੀਂ ਸਕਦਾ, ਇਸੇ ਤਰ੍ਹਾਂ ਅਸੀਂ ਪਰਮਾਤਮਾ ਦਾ ਲਿਆ ਹੋਇਆ ਉਹ ਸਵਾਦ ਦੱਸ ਨਹੀਂ ਸਕਦੇ ਦੂਜੇ ਨੂੰ। ਪਰ ਇੱਥੇ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਉਹਦੇ ਭੇਤ ਨੂੰ ਜਾਣ ਲੈਂਦਾ ਹੈ, ਜਿਹਨੂੰ ਮਾਲਕ ਆਪਣਾ ਆਪ ਜਣਾ ਦਿੰਦਾ ਹੈ, ਉਹਨੂੰ ਗੁਰਮੁਖ ਕਹਿੰਦੇ ਆ। ਤੇ ਪਾਤਸ਼ਾਹ ਕਹਿੰਦੇ ਆ ਉਹ ਗੁਰਮੁਖ ਜਦੋਂ ਨਵਾਜਿਆ ਜਾਂਦਾ ਹੈ, ਜਦੋਂ ਸਾਜਿਆ ਜਾਂਦਾ ਹੈ, ਉਹ ਗੁਰਮੁਖ ਭਾਵੇਂ ਉਹਦੇ ਰੂਪ ਰੰਗ ਬਾਰੇ ਨਹੀਂ ਦੱਸ ਸਕਦਾ, ਪਰ ਉਹ ਸਾਨੂੰ ਤਰੀਕਾ ਦੱਸ ਸਕਦਾ ਹੈ ਕਿ ਅਸੀਂ ਕਿਵੇਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਸੋ ਇਹ ਵੱਡੀ ਗੱਲ ਅਸੀਂ ਹੁਣ ਇੱਥੇ ਸਮਝਣੀ ਹੈ ਕਿ ਅਸੀਂ ਉਹਨਾਂ ਗੁਰਮੁਖਾਂ ਤੋਂ ਤਰੀਕਾ ਸਮਝ ਸਕਦੇ ਹਾਂ ਕਿ ਕਿਵੇਂ ਅਸੀਂ ਮਿਲ ਸਕਦੇ ਹਾਂ। ਉਹਨੂੰ ਗੁਰਬਾਣੀ ਦੇ ਵਿੱਚ ਗੁਰ ਕਿਹਾ ਗਿਆ, ਉਹਨੂੰ ਜੁਗਤੀ ਕਿਹਾ ਗਿਆ, ਉਹਨੂੰ ਗਿਆਨ ਕਿਹਾ ਗਿਆ। ਉਹ ਸਾਨੂੰ ਤਰੀਕਾ ਦੱਸ ਕੇ, ਗਿਆਨ ਦੇ ਕੇ, ਗੁਰ ਦੇ ਕੇ ਦੱਸ ਸਕਦੇ ਕਿ ਜਿਸ ਤਰੀਕੇ ਦੇ ਨਾਲ ਅਸੀਂ ਮਿਲੇ ਸੀ ਉੱਦਾਂ ਤੋਂ ਵੀ ਮਿਲ ਸਕਦੇ ਹੋ। ਜਿਵੇਂ ਭਗਤ ਕਬੀਰ ਸਾਹਿਬ ਭਗਤ ਰਾਮਾਨੰਦ ਕੋ ਗਏ ਸੀ ਕਿ ਸਾਨੂੰ ਤਰੀਕਾ ਦੱਸ ਦਿਓ। ਗੁਰੂ ਅਮਰਦਾਸ ਪਾਤਸ਼ਾਹ ਸਾਰੀ ਜ਼ਿੰਦਗੀ ਭਟਕਦੇ ਰਹੇ, ਪਰ ਅਖੀਰ ਜਦੋਂ ਪਤਾ ਲੱਗਾ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗਏ। ਉੱਥੋਂ ਜਾ ਕੇ ਉਹ ਗਿਆਨ ਲੈ ਕੇ, ਸੋਝੀ ਲੈ ਕੇ ਫਿਰ ਪਰਮਾਤਮਾ ਨੂੰ ਮਿਲ ਪਾਏ। ਫਿਰ ਉਹਨਾਂ ਨੇ ਕਿਹਾ ਸੀ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸੋ ਇਹ ਤਰੀਕੇ ਤੋਂ ਬਿਨਾਂ, ਜੁਗਤੀ ਤੋਂ ਬਿਨਾਂ ਅਸੀਂ ਸੱਚ ਨੂੰ, ਉਸ ਅਕਾਲ ਪੁਰਖ ਪਰਮਾਤਮਾ ਨੂੰ ਨਹੀਂ ਜਾਣ ਸਕਦੇ। ਪਾਤਸ਼ਾਹ ਬਾਣੀ 'ਚ ਦੱਸਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੈ ਜੀਓ, ਕਿ ਸੱਚ ਨੂੰ ਤਾਂ ਹੀ ਜਾਣਿਆ ਜਾ ਸਕਦਾ ਜੇ ਅਸੀਂ ਜੁਗਤ ਨੂੰ ਜਾਣਦੇ ਹਾਂ। ਉਹ ਸਾਨੂੰ ਗੁਰਮੁਖ ਜਨ ਫਿਰ ਤਰੀਕਾ ਦੱਸਦੇ। ਇਸੇ ਕਰਕੇ ਪਾਤਸ਼ਾਹ ਨੇ ਬਾਣੀ 'ਚ ਹਵਾਲੇ ਦੇ ਦੇ ਕੇ ਇਸ ਗੱਲ ਨੂੰ ਸਮਝਾਇਆ ਹੈ ਕਿ ਉਹ ਗੁਰਮੁਖ ਜਨ ਸਾਨੂੰ ਰਾਹ ਦਿਖਾ ਸਕਦੇ ਆ। ਕੁਝ ਬਾਣੀ ਦੇ ਫਰਮਾਨ ਅਸੀਂ ਸੁਣ ਲਈਏ, ਸਾਨੂੰ ਯਕੀਨ ਹੋ ਜਾਏਗਾ। ਪਾਤਸ਼ਾਹ ਦੱਸਦੇ ਆ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਅੱਗੇ ਵੀ ਪਾਤਸ਼ਾਹ ਦੱਸਦੇ ਆ ਗੁਰ ਆਗੈ ਕਰੋ ਬੇਨੰਤੀ ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਲਾਈਏ। ਹੋਰ ਵੀ ਅਨੇਕਾਂ ਫਰਮਾਨ ਮਿਲਦੇ, ਪਰ ਪਾਤਸ਼ਾਹ ਇੱਥੇ ਦੱਸਦੇ ਆ ਕਿ ਕੋਈ ਐਸਾ ਸੰਤ ਜਨ ਆ ਜਾਵੇ ਜਿਹੜਾ ਮੈਨੂੰ ਮਾਰਗ ਦਿਖਾ ਦੇਵੇ, ਤੇ ਫਿਰ ਉਹ ਗੁਰ ਨੂੰ ਮੈਂ ਆਪਣੀ ਜ਼ਿੰਦਗੀ 'ਚ ਧਾਰਨ ਕਰਕੇ ਫਿਰ ਬੇਨਤੀ ਕਰਾਂ ਕਿ ਮੈਨੂੰ ਮਿਲਾ ਦੇਵੇ। ਜਿਵੇਂ ਵੀ ਮੈਨੂੰ ਮਿਲਾਇਆ ਜਾ ਸਕਦਾ, ਜਦੋਂ ਅਸੀਂ ਗੁਰ ਨੂੰ ਸੱਚੇ ਦਿਲੋਂ ਧਿਆਵਾਂਗੇ, ਉਸ ਗਿਆਨ ਨੂੰ ਧਿਆਵਾਂਗੇ, ਫਿਰ ਉਹ ਸਾਨੂੰ ਮਿਲਾ ਦਿੰਦਾ ਹੈ। ਹੁਣ ਅਸੀਂ ਇਹ ਗੱਲ ਨੂੰ ਫਟਾਫਟ ਸਮਝ ਲਈਏ ਕਿ ਉਹ ਸੰਤ ਜਨ ਕਿਹੜੇ ਹੁੰਦੇ ਆ, ਕਿਉਂਕਿ ਸੰਤ ਦੀ ਪਛਾਣ ਵੀ ਬਾਣੀ 'ਚ ਦੱਸੀ ਹੈ ਕਿ ਸੰਤ ਜਨ ਨੂੰ ਅਸੀਂ ਕਿਵੇਂ ਪਛਾਣਾਂਗੇ ਕਿ ਉਹ ਸਾਨੂੰ ਤਰੀਕਾ ਦੱਸ ਦੇਣ ਤੇ ਸਾਨੂੰ ਪਰਮਾਤਮਾ ਨਾਲ ਮਿਲਾ ਦੇਣ। ਉਹਨਾਂ ਦੀ ਨਿਸ਼ਾਨੀ ਪਾਤਸ਼ਾਹ ਦੱਸਦੇ ਆ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿਆ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਈ ਜਨ ਪੂਰੇ। ਜਿਹੜੇ ਸਦਾ ਹੀ ਪ੍ਰਭੂ ਦੀ ਹਜ਼ੂਰੀ 'ਚ ਰਹਿੰਦੇ, ਜਿਹੜੇ ਆਪਣੇ ਘਰ ਵਿੱਚ ਸਦਾ ਰਹਿੰਦੇ ਆ, ਉਹਦੇ ਦਰ ਤੇ ਸਦਾ ਰਹਿੰਦੇ ਆ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ, ਜਿਨ੍ਹਾਂ ਨੇ ਉਹਦੇ ਹੁਕਮ ਨੂੰ ਪਛਾਣ ਲਿਆ, ਜਿਹੜੇ ਉਹਦੇ ਵਿੱਚ ਸਮਾਏ ਰਹਿੰਦੇ ਆ, ਜਿਹੜੇ ਆਤਮ ਚਾਹ ਦੇ ਨਾਲ ਭਗਤੀ ਕਰਦੇ, ਉਹ ਜਨ ਅਸਲ ਦੇ ਵਿੱਚ ਪੂਰੇ ਹੁੰਦੇ ਆ।
ਫਿਰ ਸਾਨੂੰ ਅੱਗੇ ਪਾਤਸ਼ਾਹ ਨੇ ਸਮਝਾਇਆ, ਸਲਾਹ ਦਿੱਤੀ ਹੈ, ਮਨ ਮੇਰੇ ਤਿਨ ਕੀ ਓਟ ਲੈ, ਮਨ ਤਨੇ ਆਪਣਾ ਤਿਸ ਜਨ ਦੇ, ਜਿਸ ਜਨ ਆਪਣਾ ਪਰੂ ਵਿਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਕਿ ਤੂੰ ਉਹਦੀ ਓਟ ਲੈ, ਉਹ ਜਨ ਜਿਹੜੇ ਪੂਰੇ ਆ ਉਹਨਾਂ ਦੇ ਚਰਨਾਂ ਵਿੱਚ ਜਾ, ਉਹਨਾਂ ਦੇ ਕੋਲ ਜਾ, ਉਹ ਥੋਕ ਦੇ ਦਾਤੇ ਆ। ਥੋਕ ਦੇ ਦਾਤੇ ਭਾਵ ਤੈਨੂੰ ਉਹ ਗਿਆਨ ਦੇ ਦੇਣਗੇ, ਉਹਦੀ ਸ਼ਰਨ ਵਿੱਚ ਸਾਰੇ ਸੁੱਖ ਹੈ। ਪਾਤਸ਼ਾਹ ਨੇ ਦੇਖੋ ਸਾਨੂੰ ਸਲਾਹ ਦੇ ਕਹਿੰਦੇ, ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ। ਆਪਣੀ ਸਿਆਣਪ ਆਪਣੇ ਗਿਆਨ ਨੂੰ ਛੱਡ ਕੇ ਜਾਏ, ਕਿਉਂਕਿ ਜੇ ਅਸੀਂ ਗਿਆਨ ਲੈਣ ਜਾਣਾ ਹੈ ਤੇ ਸਾਨੂੰ ਆਪਣਾ ਗਿਆਨ ਛੱਡਣਾ ਪਏਗਾ ਇੱਥੇ। ਇਸੇ ਕਰਕੇ ਪਾਤਸ਼ਾਹ ਕਹਿੰਦੇ ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ। ਇਹ ਸਾਨੂੰ ਫਿਰ ਪਾਤਸ਼ਾਹ ਬਾਣੀ 'ਚ ਸਲਾਹ ਦਿੰਦੇ ਆ। ਹੁਣ ਅਸੀਂ ਥੋੜਾ ਜਿਹਾ ਇਸ ਗੱਲ ਨੂੰ ਸਮਝ ਲਈਏ ਕਿ ਗੁਰ ਕਿਵੇਂ ਸਾਨੂੰ ਪਰਮਾਤਮਾ ਦੇ ਦਿਦਾਰੇ ਕਰਾ ਦੇਗਾ। ਗੁਰ ਕਿਉਂ ਜ਼ਰੂਰੀ ਹੈ, ਇਸ ਗੱਲ ਨੂੰ ਅਸੀਂ ਥੋੜਾ ਸਮਝ ਲਈਏ। ਪਾਤਸ਼ਾਹ ਸਾਨੂੰ ਬਾਣੀ 'ਚ ਹਵਾਲਾ ਦੇ ਕੇ ਇਸ ਗੱਲ ਦਾ ਦੱਸਦੇ ਆ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਈਲ ਗੁਪਤੋ ਵਰਤੇ, ਗੁਰ ਸ਼ਬਦੀ ਦੇਖ ਨਿਹਾਰੀ ਜੀ। ਪਾਤਸ਼ਾਹ ਕਹਿੰਦੇ ਪਰਮਾਤਮਾ ਘਟ ਘਟ ਵਿੱਚ ਰਮਿਆ, ਜਲ ਵਿੱਚ ਵੀ ਥਲ ਵਿੱਚ ਵੀ, ਕੋਈ ਐਸੀ ਥਾਂ ਨਹੀਂ ਹੈ ਜਿੱਥੇ ਉਹ ਨਹੀਂ ਹੈ। ਪਰ ਪਾਤਸ਼ਾਹ ਕਹਿੰਦੇ ਆ ਉਹ ਗੁਪਤ ਹੈ। ਜਿਹੜਾ ਅਸੀਂ ਕਹਿੰਦੇ ਨਾ ਅਸੀਂ ਪਰਮਾਤਮਾ ਨੂੰ ਦੇਖਿਆ ਨਹੀਂ, ਪਤਾ ਨਹੀਂ ਹੈ ਕਿ ਨਹੀਂ, ਕੀ ਅਸੀਂ ਉਹਨੂੰ ਮਿਲ ਸਕਦੇ ਹਾਂ? ਪਾਤਸ਼ਾਹ ਕਹਿੰਦੇ ਹੈ ਜ਼ਰੂਰ ਹੈ, ਪਰ ਪਾਤਸ਼ਾਹ ਕਹਿੰਦੇ ਇਹ ਗੁਪਤ ਹੈ। ਕਿਵੇਂ ਪ੍ਰਗਟ ਹੋਏਗਾ? ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਗੁਰ ਸ਼ਬਦ ਦੇ ਦੁਆਰਾ, ਗੁਰ ਦੇ ਗਿਆਨ ਦੇ ਦੁਆਰਾ, ਗੁਰ ਨੂੰ ਕਮਾਉਣ ਦੇ ਦੁਆਰਾ ਉਹਨੂੰ ਨਿਹਾਰਿਆ ਜਾ ਸਕਦਾ ਹੈ, ਉਹਨੂੰ ਦੇਖਿਆ ਜਾ ਸਕਦਾ ਹੈ। ਜਿਹੜੀ ਚੀਜ਼ ਗੁਪਤ ਹੈ ਇਹਦਾ ਮਤਲਬ ਇਹ ਨਹੀਂ ਹੈ ਕੋਈ ਨਹੀਂ ਹੈ। ਸਾਡਾ ਭਰਮ ਹੈ, ਸਾਡਾ ਭਰਮ ਦਾ ਪਰਦਾ ਅੱਖਾਂ ਦੇ ਅੱਗੇ ਹੈ, ਜਿਸ ਕਰਕੇ ਸਾਨੂੰ ਉਹ ਨਹੀਂ ਦਿਸਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕੋਈ ਨਹੀਂ ਹੈ। ਅਸੀਂ ਕਦੇ ਵੀ ਪਰਮਾਤਮਾ ਤੋਂ ਵਿਛੜਦੇ ਨਹੀਂ, ਸਿਰਫ ਉਹ ਸਾਨੂੰ ਵਿਸਰਿਆ ਹੋਇਆ, ਉਹ ਸਾਡੇ ਤੋਂ ਦੂਰ ਨਹੀਂ ਹੈ, ਸਾਨੂੰ ਸਵਾਸ ਦੇ ਕੇ ਸਾਹਮਣੇ ਜਿੰਦਾ ਰੱਖਦਾ ਹੈ। ਸਿਰਫ ਅਸੀਂ ਆਪਣਾ ਭਰਮ ਦਾ ਪਰਦਾ ਦੂਰ ਕਰਨਾ ਹੈ। ਅਸੀਂ ਗਿਆਨ ਲੈ ਕੇ ਉਹਨੂੰ ਖੁਸ਼ ਕਰਕੇ, ਗੁਰ ਦਾ ਗਿਆਨ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਕਮਾਉਂਦੇ ਹਾਂ ਤਾਂ ਅਸੀਂ ਉਹਨੂੰ ਦੇਖ ਸਕਦੇ ਹਾਂ, ਅਸੀਂ ਫਿਰ ਸੋਝੀ ਲੈ ਸਕਦੇ ਹਾਂ। ਕਿਉਂਕਿ ਪਾਤਸ਼ਾਹ ਕਹਿੰਦੇ ਆ ਉਹ ਸਾਡੇ ਨੇੜੇ ਹੀ ਖੜਾ ਹੈ। ਪਰ ਪਾਤਸ਼ਾਹ ਕਹਿੰਦੇ ਆ ਗੁਰ ਗਿਆਨ ਤੋਂ ਬਿਨਾਂ ਸਾਨੂੰ ਸੋਝੀ ਨਹੀਂ ਆਉਂਦੀ, ਸਾਨੂੰ ਸੋਝੀ ਨਹੀਂ ਹੈ। ਬਸ ਕਹੋ ਨਾਨਕ ਗੁਰ ਬਿਨ ਸੂਝੇ ਨਾਹੀ, ਹਰ ਸਾਜਨ ਸਭ ਕੈ ਨਿਕਟ ਖੜਾ। ਸਾਜਨ ਪਰਮਾਤਮਾ ਸਭ ਦੇ ਨੇੜੇ ਖੜਾ ਹੈ, ਪਰ ਕਹਿੰਦੇ ਆ ਗੁਰ ਤੋਂ ਬਿਨਾਂ ਸੋਝੀ ਨਹੀਂ ਆਏਗੀ। ਕਿਉਂਕਿ ਪਰਮਾਤਮਾ ਨੂੰ ਪਿਆਰਿਓ ਆਪਣੀ ਮੱਤ ਨਾਲ ਨਹੀਂ ਮਿਲਿਆ ਜਾ ਸਕਦਾ। ਕੁਝ ਸਟੈਪ ਹੁੰਦੇ ਆ, ਉਹ ਗਿਆਨ ਸਾਨੂੰ ਜ਼ਿੰਦਗੀ 'ਚ ਲੈਣਾ ਪੈਂਦਾ। ਸਾਨੂੰ ਪਹਿਲਾਂ ਆਪਣੇ ਆਪ ਦੀ ਪਹਿਚਾਣ ਕਰਨੀ ਪੈਂਦੀ ਹੈ। ਆਪਣੇ ਆਪ ਨੂੰ ਪਹਿਚਾਣ ਕੇ ਮਨ ਦੀ ਜੋਤ ਪ੍ਰਗਟ ਹੋਏਗੀ। ਆਤਮ ਰੂਪ ਮਨ ਨੂੰ ਕਰਨਾ ਪੈਂਦਾ ਹੈ। ਮਨ ਆਪਣਾ ਆਪਾ ਗਵਾ ਕੇ ਜਦੋਂ ਆਤਮ ਰੂਪ ਬਣ ਜਾਂਦਾ ਹੈ, ਨਾਮ ਨੂੰ ਧਿਆਉਂਦਾ ਹੈ। ਨਾਮ ਵੀ ਕਹਿਣੀ ਕਥਨੀ ਤੋਂ ਬਾਹਰ ਹੈ, ਸੱਚ ਵੀ ਕਹਿਣੀ ਕਥਨੀ ਤੋਂ ਬਾਹਰ ਹੈ। ਉਹ ਕਹਿਣੀ ਕਥਨੀ ਤੋਂ ਬਾਹਰ ਜਦੋਂ ਅਸੀਂ ਇਸ ਗੱਲ ਨੂੰ ਸੁਣਾਂਗੇ ਤੇ ਫਿਰ ਸਾਡੇ ਮਨ 'ਚ ਸਵਾਲ ਆਏਗਾ ਕਿ ਜੇ ਹੈ ਹੀ ਕਹਿਣੀ ਕਥਨੀ ਤੋਂ ਬਾਹਰ ਹੈ, ਫਿਰ ਕਿਵੇਂ ਮਿਲੀਏ? ਜਿੱਥੇ ਕਿਵੇਂ ਮਿਲਣ ਦੀ ਗੱਲ ਆਉਂਦੀ ਹੈ, ਇੱਥੇ ਸਾਨੂੰ ਫਿਰ ਪਤਾ ਲੱਗਦਾ ਹੈ ਕਿ ਮੈਨੂੰ ਨਹੀਂ ਪਤਾ ਮੈਂ ਕਿਵੇਂ ਮਿਲ ਸਕਦਾ, ਮੈਨੂੰ ਗਿਆਨ ਚਾਹੀਦਾ ਹੈ। ਜੇ ਅਸੀਂ ਆਪਣੀ ਮੱਤ ਦੇ ਨਾਲ ਧਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਨਹੀਂ ਮਿਲ ਸਕਦੇ, ਕਿਉਂਕਿ ਉਹ ਹੈ ਹੀ ਸਾਹਮਣੇ ਹੈ। ਇਸ ਕਰਕੇ ਸਾਨੂੰ ਗਿਆਨ ਲੈਣਾ ਪਏਗਾ। ਗਿਆਨ ਲੈ ਕੇ ਆਪਣੀ ਮੱਤ ਛੱਡ ਕੇ ਉਹ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਕਮਾਉਣਾ ਪੈਂਦਾ ਹੈ। ਫਿਰ ਸਾਡਾ ਜ਼ਿੰਦਗੀ ਦਾ ਮਕਸਦ ਜਿਹੜਾ ਪੂਰਾ ਹੁੰਦਾ ਹੈ, ਫਿਰ ਅਸੀਂ ਉਹਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰਦੇ ਹਾਂ। ਸੋ ਗੁਰੂ ਪਿਆਰਿਓ, ਇਹ ਇੱਕ ਬੜਾ ਵੱਡਾ ਮਿੱਥ ਹੈ ਸਾਡੀ ਜ਼ਿੰਦਗੀ 'ਚ ਵਿੱਚ, ਪਤਾ ਨਹੀਂ ਉਹਨੂੰ ਮਿਲ ਸਕਦੇ ਆ ਜਾਂ ਨਹੀਂ, ਕੌਣ ਹੈ? ਇਹ ਸਵਾਲ ਸਾਡੀ ਜ਼ਿੰਦਗੀ 'ਚ ਉਦੋਂ ਖਤਮ ਹੋਣਗੇ ਜਦੋਂ ਅਸੀਂ ਪ੍ਰੈਕਟੀਕਲ ਕਰਕੇ ਉਹਨੂੰ ਕਮਾਵਾਂਗੇ। ਫਿਰ ਸਵਾਲਾਂ ਦੀ ਲੜੀ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਪ੍ਰੈਕਟੀਕਲ ਕਰਦੇ ਹਾਂ। ਸੋ ਗੁਰੂ ਪਿਆਰਿਓ, ਇਦਾਂ ਅਸੀਂ ਗੁਰ ਦੇ ਗਿਆਨ ਦੁਆਰਾ ਉਹਨੂੰ ਜਾਣ ਸਕਦੇ ਆ, ਮਿਲ ਸਕਦੇ ਆ। ਮਾਲਕ ਆਪ ਕਿਰਪਾ ਕਰ ਰਿਹਾ, ਆਪ ਸੇਵਾ ਲੈ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ